ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਅਸੀਂ ਵੀਡੀਓਜ਼ ਰਾਹੀਂ ਹਉਮੈ ਦੇ ਵਿਸ਼ੇ 'ਤੇ ਵਿਚਾਰ ਆਰੰਭ ਕੀਤੀ ਸੀ। ਗੁਰੂ ਪਾਤਸ਼ਾਹ ਬਾਣੀ ਵਿੱਚ ਇਸ ਜੀਵਾਤਮਾ ਨੂੰ ਇੱਕ ਇਸਤਰੀ ਦਾ ਰੂਪ ਸਮਝ ਕੇ ਪਦੂ ਪਰਮਾਤਮਾ ਨੂੰ ਪਤੀ ਦਾ ਰੂਪ ਸਮਝ ਕੇ ਗੱਲ ਸਮਝਾ ਰਹੇ ਨੇ ਕਿ ਤਣ ਪਿਰਿਕਾ ਇੱਕੀ ਸੰਗਵਾਸਾ ਵਿੱਚ ਹਉਮੈ ਭੀਤ ਕਰਾਰੀ। ਤਣ ਭਾਵ ਇਹ ਜੀਵਾਤਮਾ ਰੂਪੀ ਇਸਤਰੀ ਅਤੇ ਪਿਰ ਭਾਵ ਪਤੀ ਰੂਪੀ ਪਰਮਾਤਮਾ, ਇਹਨਾਂ ਦਾ ਵਾਸਾ ਨਾਲ ਨਾਲ ਹੀ ਹੈ। ਭਾਵ ਇਸ ਸਰੀਰ ਦੇ ਨਾਲ ਆਤਮਾ ਦਾ ਵੀ ਵਾਸਾ ਹੈ, ਇਹ ਅੰਗ ਸੰਗ ਹੀ ਹਨ। ਵਿੱਚ ਹਉਮੈ ਭੀਤ ਕਰਾਰੀ, ਪਰ ਫਿਰ ਵੀ ਇਸ ਸਰੀਰ ਵਿੱਚ ਉਸ ਆਤਮਿਕ ਸ਼ਕਤੀ ਦਾ ਅਹਿਸਾਸ ਨਹੀਂ ਜਾਗਦਾ, ਅੰਦਰ ਉਸ ਦੀ ਹੋਂਦ ਦਾ ਅਹਿਸਾਸ, ਉਹਦਾ ਅਨੁਭਵ ਨਹੀਂ ਹੁੰਦਾ, ਕਿਉਂਕਿ ਵਿੱਚ ਹਉਮੈ ਦੀ ਬੜੀ ਕਰਾਰੀ ਭੀਤ ਭਾਵ ਕੰਧ ਹੈ। ਹਉਮੈ ਕੰਧ ਦੀ ਤਰ੍ਹਾਂ ਵਿੱਚ ਖੜੀ ਹੋ ਜਾਂਦੀ ਹੈ। ਇਹ ਮੈਂ ਮੇਰੀ ਵਾਲੀ ਜਿਹੜੀ ਬਿਰਤੀ, ਇੱਕ ਵੱਖਰੀ ਹੋਂਦ ਵਾਲੀ ਜਿਹੜੀ ਬਿਰਤੀ ਹੈ, ਇਹ ਵਿੱਚ ਖੜੀ ਹੋ ਜਾਂਦੀ ਹੈ ਔਰ ਸਾਰੇ ਵਿਕਾਰਾਂ ਨੂੰ ਨਾਲ ਲੈ ਕੇ ਇਸ ਦੀਵਾਰ ਨੂੰ ਹੋਰ ਲਿਪ ਥੱਪ ਕੇ ਪੱਕੀ ਕਰਦੀ ਹੈ। ਇਸ ਕਾਰਨ ਇਹ ਇਤਨੇ ਨੇੜੇ ਹੁੰਦੀਆਂ ਵੀ ਮਿਲਾਪ ਨਹੀਂ ਹੁੰਦਾ। ਗੁਰੂ ਪੂਰਾ ਹਉਮੈ ਭੀਤ ਤੋਰੀ ਜਨ ਨਾਨਕ ਮਿਲੇ ਵਣ ਬਾਰੀ। ਜਿਸ ਕਿਸੇ ਦੀ ਗੁਰੂ ਪੂਰੇ ਨੇ, ਇੱਕ ਸਮਰੱਥ ਗੁਰੂ ਨੇ ਇਹ ਹਉਮੈ ਵਾਲੀ ਬਿਰਤੀ ਬਦਲ ਦਿੱਤੀ, ਹਉਮੈ ਦੀ ਕੰਧ ਤੋੜ ਦਿੱਤੀ, ਉਹ ਇਹ ਸੇਵਕ ਨਾਨਕ ਮਿਲੇ ਬਣਵਾਰੀ। ਉਹ ਫਿਰ ਉਸ ਬਣਵਾਰੀ ਪਰਮਾਤਮਾ ਨੂੰ, ਸ੍ਰਿਸ਼ਟੀ ਨੂੰ ਬਣਾਉਣ ਵਾਲੇ ਨੂੰ ਉਹਦਾ ਮੇਲ ਹੋ ਜਾਂਦਾ ਹੈ। ਪਰ ਜਦੋਂ ਬੰਦਾ ਗੁਰੂ ਦੀ ਗੱਲ ਨਹੀਂ ਚੇਤਦਾ, ਗੁਰੂ ਦੇ ਹੁਕਮ ਦੀ ਪਰਵਾਹ ਨਹੀਂ ਕਰਦਾ, ਫਿਰ ਉਹ ਮਨਮੁਖ ਹੋ ਜਾਂਦਾ, ਮਨ ਮਰਜ਼ੀ ਦੀ ਜ਼ਿੰਦਗੀ ਜਿਉਂਦਾ ਹੈ। ਮਨਮੁਖ ਨਾਮ ਨਾ ਚੇਤਨੀ ਬਿਨ ਨਾਵੈ ਦੁੱਖ ਰੋਏ। ਉਹ ਫਿਰ ਨਾਮ ਨੂੰ ਚੇਤਾ ਨਹੀਂ ਕਰਦੇ, ਇਸ ਲਈ ਨਾਮ ਦੀ ਸ਼ਕਤੀ ਦਾ ਅਹਿਸਾਸ ਨਹੀਂ ਜਗਾਉਂਦੇ, ਇਸ ਲਈ ਉਹ ਬਿਨ ਨਾਵੈ ਦੁੱਖ ਰੋਏ, ਫਿਰ ਦੁੱਖ ਰੋਂਦੇ ਰਹਿੰਦੇ ਨੇ। ਆਤਮ ਰਾਮ ਨਾ ਪੂਜਨੀ ਦੂਜਾ ਕਿਉਂ ਸੁੱਖ ਹੋਏ। ਉਹ ਸਰੀਰ ਦੇ ਪੁਜਾਰੀ ਬਣੇ ਰਹਿੰਦੇ ਨੇ, ਸਰੀਰਾਂ ਦੇ ਪੁਜਾਰੀ ਬਣੇ ਰਹਿੰਦੇ ਨੇ। ਆਤਮ ਰਾਮ ਨਾ ਪੂਜਨੀ, ਆਤਮਕ ਜੋ ਜੀਵਨ ਅੰਦਰਲਾ ਹੈ, ਆਤਮਿਕ ਜੋਤ ਵਾਲਾ ਜਿਹੜਾ, ਉਸ ਨੂੰ ਨਹੀਂ ਪਛਾਣਦੇ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਬਿਰਤੀ ਉਹਨਾਂ ਦੇ ਨਹੀਂ ਬਣਦੀ। ਦੂਜਾ ਕਿਉਂ ਸੁੱਖ ਹੋਏ, ਅਤੇ ਦੂਜੇ ਭਾਵ ਵਿੱਚ ਸੰਸਾਰ ਦੀ ਮੋਹ ਮਾਇਆ ਵਾਲੇ ਭਾਵ ਵਿੱਚ ਕਿਵੇਂ ਸੁੱਖ ਹੋਏਗਾ। ਹਉਮੈ ਅੰਤਰ ਮੈਲ ਹੈ ਸ਼ਬਦ ਨਾ ਕੱਢੇ ਧੋਏ। ਅੰਦਰ ਹਉਮੈ ਦੀ ਮੈਲ ਹੈ, ਵਿਕਾਰਾਂ ਦੀ, ਹਉਮੈ ਦੇ ਕਾਰਨ ਸ਼ਬਦ ਨਾ ਕੱਢੇ ਧੋਏ। ਇੱਥੇ ਸ਼ਬਦ ਦੇ ਦਿੱਦੇ ਨੂੰ ਸਿਹਾਰੀ ਹੈ, ਭਾਵ ਸ਼ਬਦ ਦੇ ਲੜ ਲੱਗ ਕੇ, ਸ਼ਬਦ ਨੂੰ ਸਮਝ ਵਿਚਾਰ ਕੇ, ਸ਼ਬਦ ਅਨੁਸਾਰ ਜੀਵਨ ਜੀਵ ਕੇ ਨਾ ਕੱਢੇ ਧੋਏ। ਇਸ ਮੈਲ ਨੂੰ ਅੰਦਰੋਂ ਧੋ ਕੇ ਨਹੀਂ ਕੱਢਦੇ। ਬਾਣਕ ਨਾਨਕ ਬਿਨ ਨਾਵੈ ਮੈਲਿਆ, ਨਾਮ ਤੋਂ ਬਿਨਾਂ ਫਿਰ ਮੈਲੇ ਹੀ ਰਹਿੰਦੇ ਨੇ। ਮੂਹੇ ਜਨਮ ਪਦਾਰਥ ਖੋਏ, ਮੈਲੇ ਹੀ ਮਰ ਜਾਂਦੇ ਨੇ, ਜਨਮ ਪਦਾਰਥ ਆਪਣਾ ਗਵਾ ਲੈਂਦੇ ਨੇ। ਨਾਨਕ ਬਿਨ ਨਾਵੈ ਮੈਲਿਆ ਮੋਏ ਜਨਮ ਪਦਾਰਥ ਖੋਏ। ਉਹ ਫਿਰ ਇਹ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰ ਹੈ। ਇੱਕ ਵੱਖਰੀ ਹੋਂਦ ਬਣਾ ਕੇ ਆਪਣੇ ਆਪ ਨੂੰ ਵੱਖਰਾ ਪਰਮਾਤਮਾ ਨੂੰ ਕਰਕੇ, ਸ੍ਰਿਸ਼ਟੀ ਨਾਲੋਂ ਵੱਖਰਾ ਕਰਕੇ, ਆਪਣੇ ਬੇਗਾਨੇਪਣ ਵਿੱਚ ਮੇਰੀ ਮੇਰੀ ਦੀ ਜਿਹੜੀ ਇਹ ਬਿਰਤੀ ਹੈ, ਜਿੰਨੀ ਦੇਰੀ ਇਹ ਕਰਦਾ ਰਹਿੰਦਾ ਹੈ, ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰ ਹੈ, ਕੋਈ ਕੰਮ ਸੰਵਰਦਾ ਨਹੀਂ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਐਸਾ ਗਿਆਨ ਵਿਚਾਰ ਮਨਾ, ਇਹ ਮਨਾ ਇਹੋ ਜਿਹਾ ਗਿਆਨ ਵਿਚਾਰ, ਮੈਂ ਛੱਡ ਦੇ ਮੈਂ ਨੂੰ ਉਸ ਪਰਮਾਤਮਾ ਦੀ ਸਮਾ ਲੈ। ਹਰ ਕੀ ਨਾ ਵਿਸਰੋ ਦੁੱਖ ਭੰਜਨਾ। ਉਹ ਪਰਮਾਤਮਾ ਤੈਨੂੰ ਕਿਉਂ ਭੁੱਲਿਆ ਹੋਇਆ ਜਿਹੜਾ ਸਾਰੇ ਦੁੱਖ ਨਾਸ ਕਰਨ ਵਾਲਾ ਹੈ। ਹਉਮੈ ਕਰਦਿਆਂ ਜਨਮ ਗਵਾਇਆ, ਇਹ ਮੈਂ ਕਰਦਿਆਂ ਹੀ ਜਨਮ ਗਵਾ ਦਿੱਤਾ। ਆ ਗਏ ਮੋਹ ਨਾ ਚੁੱਕਾ ਮਾਇਆ। ਫਿਰ ਜੀਵਨ ਦੇ ਵਿੱਚ ਅੱਗੇ ਅੱਗੇ ਹੋਰ ਮੋਹ ਵੱਧਦਾ ਜਾਂਦਾ ਹੈ, ਮਾਇਆ ਦਾ ਮੋਹ ਵੱਧਦਾ ਜਾਂਦਾ ਹੈ, ਇਹ ਮੋਹ ਨਹੀਂ ਚੁੱਕਦਾ। ਆ ਗਿਆ ਜਮਕਾਲ ਲੇਖਾ ਲੈਵਾ ਜਿਉਂ ਤਿਲ ਕਹਾਣੀ ਪੀੜਾਇੰਦਾ। ਫਿਰ ਅੱਗੇ ਜਮਕਾਲ ਭਾਵ ਉਹ ਸਮਾਂ ਆ ਜਾਂਦਾ ਹੈ ਜਿਹੜਾ ਉਹਨਾਂ ਕਰਮਾਂ ਦੇ ਫਲ ਜਿਹੜੇ ਉਹ ਭੁਗਾਉਂਦਾ ਹੈ, ਫਲ ਭੋਗਣੇ ਪੈਂਦੇ ਨੇ। ਜਿਤਨੇ ਨਰਕ ਮਨਮੁਖ ਭੋਗਾਏ, ਉਹ ਫਿਰ ਮਨਮੁਖ ਨੂੰ ਉਹ ਨਰਕ ਭੋਗਣੇ ਪੈਂਦੇ ਨੇ। ਤਿਲ ਕਹਾਣੀ ਪੀੜਾਇੰਦਾ ਭਾਵ ਜਿਵੇਂ ਤਿਲਾਂ ਨੂੰ ਕਹਾਣੀ ਵਿੱਚ ਪੀੜਿਆ ਜਾਂਦਾ ਹੈ, ਇਤਨਾ ਦੁੱਖ ਹੁੰਦਾ ਹੈ ਕਿ ਮਾਨੋ ਕਿਸੇ ਨੂੰ ਕਹਾਣੀ ਪਾ ਕੇ ਪੀੜਿਆ ਜਾਏ। ਮਨਮੁਖ ਹਰ ਰਸ ਚਾਖਿਆ ਨਾ ਜਾਏ। ਪਰਮਾਤਮਾ ਦਾ ਨਾਮ ਬੜਾ ਰਸਦਾਇਕ ਹੈ। ਫਰੀਦ ਜੀ ਨੂੰ ਪੁੱਛਿਆ ਗਿਆ ਨਾ ਫਰੀਦਾ, ਤਾਂ ਫਰੀਦ ਜੀ ਕਹਿੰਦੇ ਨੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖੀ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ। ਕਹਿੰਦੇ ਨੇ ਸਾਰੀਆਂ ਚੀਜ਼ਾਂ ਮਿੱਠੀਆਂ ਨੇ। ਸ਼ੱਕਰ ਖੰਡ ਨਿਵਾਤ ਕਹਿੰਦੇ ਨੇ ਮਿਸ਼ਰੀ ਨੂੰ, ਗੁੜ ਮਾਂਝਾ ਦੁੱਧ ਕਹਿੰਦੇ ਨੇ ਸਾਰੀਆਂ ਹੀ ਮਿੱਠੀਆਂ ਚੀਜ਼ਾਂ ਨੇ, ਇਹਦੇ ਕੋਈ ਸ਼ੱਕ ਨਹੀਂ। ਸਭੇ ਵਸਤੂ ਮਿੱਠੀਆਂ ਪਰ ਰੱਬ ਨਾ ਪੁੱਜਣ ਤੁਧ। ਪਰ ਪਰਮਾਤਮਾ ਤੇਰੇ ਨਾਮ ਦੇ ਬਰਾਬਰ ਨਹੀਂ ਪੁੱਜਦੀਆਂ। ਤੇਰੇ ਨਾਮ ਦਾ ਰਸ ਅਤ ਮਿੱਠਾ, ਅਤ ਸਵਾਦਿਸ਼ਟ ਹੈ, ਵਿਸਮਾਦ ਪੈਦਾ ਕਰਨ ਵਾਲਾ ਹੈ। ਪਰ ਮਨਮੁਖਤਾ ਕਾਰਨ ਮਨਮੁਖ ਹਰ ਰਸ ਚਾਖਿਆ ਨਾ ਜਾਏ। ਮਨਮੁਖਤਾ ਵਾਲੀ ਮਨੋਬਿਰਤੀ ਨਾਲ, ਹਉਮੈ ਵਾਲੀ ਬਿਰਤੀ ਨਾਲ ਇਹ ਰਸ ਚੱਖਿਆ ਨਹੀਂ ਜਾਂਦਾ। ਹਉਮੈ ਕਰੈ
बहुत ही मिला सजाए, क्योंकि मन को बंदा हूमे वाले कर्म करता है, हूमे करता है, इसलिए वो सजा का ही भागीदार बनता है। हूमे कर्म कुमाम दी जम डंड लगे तन आए, ये हूमे कर्म करदे जम्मा का डंड आके लगता है, जम्मा का दुख सहना पैंदा है। जे सतगुर सेवन से उभरे हर सेती लीव लाए, जिन्होंने सतगुर का सिमरन किया, सतगुर की बाणी अनुसार जीवन जीविया, जे सतगुर सेवन से उभरे वो इस हूमे की मनोवृत्ति इस भावनावां तो उपर उठ जाते हैं, हर सेती लिव लाए, क्योंकि वो लिव परमात्मा लगा के हर पासे उसे महसूस करते हैं कि उस तो बिना कुछ है ही नहीं। दिसदा संसार उसका सरगुण रूप है, अनदिसदा उसका रूप निर्गुण स्वरूप है। दोनों का मरकब ही तो सारी सृष्टि है, निरंकार ते आकार। निरंकार दिसदा नहीं, उसने अपना दिसदा रूप आकार बनाया हुआ है। इसलिए ਜਿਹੜੇ नास्तिक बंदे वो गल नहीं समझते, साकत हर रस साध ना जानिया, उन्होंने हरि के नाम का रस का स्वाद नहीं जानिया होंदा। क्यों? तीन अंतर हूमे कंडा है, उन्होंने अंदर मानो एक हूमे का कंडा चुभ्या रहता है। पैर में कंडा चुभ्या आवे, जुत्ती भावें मखमली पा के चलो, जिंदे कंडा नहीं कढ़ते वो दुख दूर नहीं हो सकता। मखमली जुत्ती सुख नहीं दे सकती। पाप संसारी सुख, ये संसारी पदार्थों वाले सुख जोड़े ने, ये हूमे का कंडा अंदर होंदिया भी बंदा सब कुछ होंदे भी दुखी रहता है, क्योंकि हूमे का कंडा चुभता रहता है। ज्यों ज्यों चलने चुभै दुख पावे, उस हूमे वाली मनोवृत्ति के आधार पर ज्यों ज्यों जीवन में विचरते हैं, जीवन जींदे ने, जीवन जाच बना लेंदे ने, वैसी ये फिर हूमे वाली मनोवृत्ति चुभती रहती है। ज्यों ज्यों चलने चुभै दुख पावे, जमकाल सह सिर डंडा, मानो ये जमकाल का डंडा सहते हैं। बस ये हूमे की वृत्ति कारण जो बंदा दुख सहता है, यही तो जम्मन का डंडा है जरा सारना पैंदा। हूँ करत नहीं सच पाई है, ये हूँ करदे कदे सच की प्राप्ति नहीं होती। हूमे जाए परम पद पाई है, हूमे जाएगी ता ही वो आत्मक उच्चता वाली परम पदवी बेगमपुरा शहर को नाव वाली अवस्था का जो आनंद है वो मानिया जाएगा। हूमे करद भेखी नहीं जानिया, हूमे करने वाला बंदा भेख जरूर करता धर्मियों की, पर वो अंतरली गल नहीं जानता, तत्त नूं नहीं पछाणदा। इसलिए हूमे करद भेखी नहीं जानिया, गुरमुख भगत विरले मन मानिया। गुरमुख बन के ही विरले बंदे का उस रब की भगती विच मन मन जाता है। इत्थे भगत के तत्ते नूं सियारी है, जिसका मतलब भगती बंदगी है। हूमे कर राजे बो धामे, इस हूमे की वृत्ति विच ही आए राजे महाराजे एक दूजे उत्ते धाई करते हैं। हूमे खपे जन्म मर आवे, वो हूमे के विच ही खपते रहते हैं एक दूजे का राज मलन लई। कोई मेरा राज मल गया, मैं अपनी राजधानी कितनी बढ़ावां, अपनी राज सीमा कितनी बढ़ावां, इहदे लई लड़ते रहते हैं। तो राजे महाराजे बन के भी चैन नहीं, फिर भी सुख नहीं। समाज दे विच, संसार दे विच, इतिहास दे विच सिकंदर की बड़ी वड्डी एक मिसाल दी जाती है कि सिकंदर ने इतने मुल्क फतेह किए, इतने हीरे जवाहर सोने चांदी लुटे, लेकिन आखिर भारत तू जाते जो उसनों बीमार हो गया तो कोई हीरे जवाहर कोई धन दौलत हकीम उसकी जान नहीं बचा सके। तो कहते ने उसने कहा भी मेरा जनाजे चो मेरे हाथ बाहर रखियो कि मैं खाली हाथ जा रहा, लोग देख लें कि इतों संसार तो कुछ भी नहीं जाता। फिर भी बंदा मैं करता हूमे वाली मनोवृत्ति लैके खुदगर्जी की जिंदगी जीता है। हूमे निवरै गुरु शब्द विचार है, इसका निवारण है गुरु शब्द की विचार नाल। चंचल मत त्याग है पंच संघार है, ये जी मन की चंचलता फिर ये त्यागी जाती है, तो फिर पंजां विकारां का संघार करता बंदा, इन्हों जित लैंदा, इन्हों हरा के अपने वस विच कर लैंदा। इन्हों दे वस आया होया कोई कर्म नहीं करता। अंतर साज सहज कर आवे, जो अंदर सच वस जाता है फिर ये सहज के घर में आ जाता है, भाव सहज अवस्था की प्राप्ति हो जाती है। हूमे वाली भटकना वाली वृत्ति मुक जाती है। राजन जान परमगत पावे, वो फिर उस संसार के सच्चे राजे जो राजान राज है उसनों जान के वो परम गति उच्ची आत्म अवस्था प्राप्त करते हैं। सच करनी गुरु भरम चुकावे, ये सच्ची उच्ची सुची करनी ही ये भरम दूर करती है। निरभो कह कर ताड़ी लावे, फिर बंदा उस निरभो परमात्मा के घर में भाव उसकी सर्वव्यापकता के विच सुरती जोड़ के अपनी ताड़ी उधर लाता है। हूँ कर मरना क्या पावे, पर जिन्नी देरी हूँ करता फिरता है वो मर रहा है। हूमे की आत्मक मौत क्या पावे, की पा सकता है, कुछ नहीं पा कर सकता। पूरा गुरु भेटे सो चगर चुकावे। जड़ा पूरे गुरु नाल मिलाप प्राप्त करता है वो ये जड़ा झगड़ा है ना विकारां वाला, ये मुका देता है। उसका मन अडोल होके एक चित सहज अवस्था का आनंद मानता है। जेती है तेती क्यों ना ही, गुरमुख ज्ञान भेट गुण गाही। जितनी भी सृष्टि पैदा की हुई है सारी ही हूमे के जाल में फसी हुई है, हूमे के वृत्ति के अधीन जीवन जीव रही है। फिर केवल गुरमुख ज्ञान भेट गुण गाही, गुरमुख ही
ਗਿਆਨ ਦੇ ਨਾਲ ਭੇਟਾ ਕਰਕੇ। ਸਾਡਾ ਗਿਆਨ ਗੁਰੂ ਹੈ, ਗਿਆਨ ਹੀ ਸਾਡਾ ਗੁਰੂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸਿਉ ਜੋ ਮਾਨੈ, ਪਰਤਾ ਗੁਰੂ ਨਿਸਤਾਰੇ। ਤੋ ਨਿਸਤਾਰੇ ਦਾ ਇਹੋ ਇੱਕ ਤਰੀਕਾ ਹੈ ਕਿ ਬਾਣੀ ਦੇ ਹੁਕਮਾਂ ਨੂੰ ਮੰਨ ਕੇ ਉਹਨਾਂ ਦੇ ਅਨੁਸਾਰ ਜ਼ਿੰਦਗੀ ਜੀ ਜਾਏ। ਹਉਮੈ ਬੰਧਨ ਬੰਧ ਭਵਾਵੈ, ਨਹੀਂ ਤਾਂ ਹਉਮੈ ਦੇ ਬੰਧਨ ਜਿਹੜੇ ਨੇ ਇਹ ਹਉਮੈ ਵਿੱਚ ਬਣ ਕੇ ਭਟਕਾਉਂਦੇ ਰਹਿੰਦੇ ਨੇ ਇਨਸਾਨ ਨੂੰ। ਬੰਦਾ ਭਟਕਿਆ ਭੱਜਿਆ ਫਿਰਦਾ ਸੰਸਾਰ ਤੇ। ਤੋ माटी को पुतरा कैसे नचत है, देखै देखै सुनै बोलै दौड़ियो फिरत है, दौड़ता फिरता जब किछ पावै तब गर्व करत है, माय गई तब रोम लगत है। ਇਹ ਦੀ ਅਵਸਥਾ ਬਣ ਜਾਂਦੀ। ਨਾਨਕ ਰਾਮ ਭਗਤ ਸੁਖ ਪਾਵੈ। ਦੂਜੇ ਪਾਸੇ ਰਾਮ ਭਗਤ ਜਿਹੜਾ ਉਹਦੇ ਟਿਕਾਓ ਹੈ। ਉਹਨੂੰ ਜਿੰਨੀ ਇੱਕ ਮਿਹਨਤ ਮਸ਼ੱਕਤ ਨਾਲ ਜਿੰਨੀ ਇੱਕ ਦੌਲਤ ਮਿਲੀ ਉਹਦੇ 'ਚੋਂ ਜੈਸਾ ਖਾ ਸਕਦਾ ਹੈ, ਜੈਸਾ ਪਹਿਨ ਸਕਦਾ ਹੈ, ਆਪਣੇ ਗਰੀਬੀ ਸੁਭਾਅ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਕੇ उसदे विच वो सुख महसूस कर लैंदा है। वो सुख मान लैंदा जिहड़ा लखां करोड़ों वाला भी नहीं मान सकता। खरी सियानी कंत ना पानी, माया लागी भरम भुलानी। उंज ते जीवात्मा इस शरीर विच, शरीर के संग विच आके जिहड़ी एक वखरी बिरती बना के बैठी है, ये अपने आप को बड़ी सियानी बनी फिरदी रहिंदी है, पर यह भरम विच भुली रहिंदी है। माया लागी भरम भुलानी। हउमੈ की बिरती के कारण माया भी जा जुड़ती है ते भरम भुलेखिਆਂ विच पई हुई। हउमੈ जाई तां कंत समाई। ये हूमे की वृत्ति अंदरों जाए। तू तू करता तू हुआ मुझ में रहा ना हूँ, जब आपा पर का मिट गया जब देखूँ तत तू वाली जो ये अवस्था बन जाए, फिर जाके हूमे जाई तां कांत समाई। तां कांत रूपी पति परमात्मा में जीवात्मा की लीनता होंदी है। तो कामन प्यारे नवनिध पाई। फिर ये जीवात्मा रूपी स्त्री उस प्यारे परमात्मा की नवनिधि खजाने वाला जो नाम प्राप्त कर लेंदी है। तो देखो इतने किसी भी मुक्ति का साधन कोई कर्म कांड नहीं दसे हुए। 10वां ही करेंगे तां मुक्ति होएगी, 13वां करा तां नहीं होएगी, या 13वां करेंगे तां होएगी। ये गल्लां जड़ियां ने समाजिक कुछ नियम ने नियमबद्ध की गई है संगत नूं। उंज मुक्ति का जिहड़ा सही साधन है परमात्मा सही प्राप्ति वो है हूमे जाई तां कांत समाई। फिर कांत में समायता होंदी है, ज्योति जोत रली संपूर्ण थी वाली अवस्था बनती है। तो कामन प्यारे नवनिध पाई। हूमे जाए तर निर्मल होवे। शरीर धोते भी मन निर्मल नहीं होता। शरीर धोतियां शरीर पवित्र हो सकता है, साफ हो सकता है, पर मन की मैल नहीं जाती। हूमे जाए तां निर्मल होवे, गुरमुख परचय परम पद पाइया। जे गुरमुख बन के शब्द का परचा प्राप्त करे, शब्द सुरती का मेल करे, फिर परम पद पाइया। गुरु मिलिया हमको शरीर सुध पही। गुरु मिलिया है इस शरीर की सुध आई कि भी मैं शरीर मन को किधर लगा के रखा होया है। हूमे तिसने सब अगन बुझाई। फिर अपने अंदरों हूमे नूं पछाणिया, उस मनोवृत्ति विछोड़े वाली वृत्ति नूं पछाणिया ते वो सारी जिहड़ी मोह माया के कारण अगन सी, हूमे की जिहड़ी अगन सी वो बुझ गई। बिनसे क्रोध खिमा गह लई। हुण क्रोध बिनस गए और खिमा रूपी गुण धारण कर लिया। तो वाहिगुरू मेहर करे असीं इस हूमे की मनोवृत्ति नूं समझ के वो जिहड़ी तू ही वाली अवस्था का आनंद है वो माणीए। वाहिगुरू जी का खालसा, वाहिगुरू जी की फतेह।